ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਰਾਗ ਆਸਾ ਮਹਲਾ ਪਹਿਲਾ ਪੱਟੀ ਲਿਖੀ ਦੇ 6ਵੇਂ 7ਵੇਂ ਤੇ 8ਵੇਂ ਸ਼ਲੋਕ ਸ਼ਬਦਾਂ ਦੀ ਵਾਰੀ ਹੈ ਜੀ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਇਹ ਦੱਸਿਆ ਜਿਸ ਸੀ ਜੀ ਕਿ ਪੱਟੀ ਇੱਕ ਪੰਜਾਬੀ ਦਾ ਸੁਤੰਤਰ ਕਾਵਿ ਰੂਪ ਲਫ਼ਜ਼ ਹੈ ਜੀ, ਸ਼ਬਦ ਹੈ ਜੀ। ਪੱਟੀ ਭਾਵ ਫੱਟੀ, ਜੋ ਲੱਕੜੀ ਦੀ ਤਖਤੀ ਹੁੰਦੀ ਹੈ, ਤਖਤੀ ਵੀ ਕਹਿੰਦੇ ਨੇ ਉਹਨੂੰ, ਜਿਹਦੇ 'ਤੇ ਵਿਦਿਆਰਥੀ ਲਿਖਣ ਦਾ ਅਭਿਆਸ ਕਰਦੇ ਨੇ, ਪ੍ਰੈਕਟਿਸ ਕਰਦੇ ਨੇ, ਅਤੇ ਜਿਸ ਵਿੱਚ ਵਰਣਮਾਲਾ ਦੀ ਅੱਖਰ ਕਰਮ ਅਨੁਸਾਰ ਕਾਵਿਮਈ ਵਿਆਖਿਆ ਪੇਸ਼ ਕੀਤੀ ਹੋਵੇ ਜੀ। ਅਤੇ ਇਸ ਤਰ੍ਹਾਂ ਦੀਆਂ ਰਚਨਾਵਾਂ ਜੋ ਹਨ, ਸਾਡੇ ਇਤਿਹਾਸਕਾਰ ਵਿਦਵਾਨ ਦੱਸਦੇ ਹਨ ਕਿ ਵੱਖ-ਵੱਖ ਲਿਪੀਆਂ ਦੀ ਵਰਨ ਸੰਖਿਆ ਦੇ ਆਧਾਰ 'ਤੇ ਹਨ ਜੀ। ਅਤੇ 35 ਸਖਰੀ 52 ਅੱਖਰੀ ਕਿਹਾ ਜਾਂਦਾ ਹੈ ਜੀ। ਪੰਜਾਬੀ ਵਿੱਚ ਇਸ ਕਾਵਿ ਰੂਪ ਦਾ ਆਰੰਭ ਸਾਡੇ ਵਿਦਵਾਨ ਅਤੇ ਇਤਿਹਾਸਕਾਰ ਦੱਸਦੇ ਹਨ ਜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਜੀ। ਵਿਚਾਰਧੀਨ ਪੱਟੀ ਗੁਰਮੁਖੀ ਦੀ ਕਿਸੇ ਪੂਰਵਜ ਲਿਪੀ ਦੇ 35 ਵਰਨਾਂ ਉੱਤੇ ਆਧਾਰਿਤ ਹੈ ਜੀ। ਇਸ ਤੋਂ ਚੰਗੀ ਤਰ੍ਹਾਂ ਸਪਸ਼ਟ ਹੈ ਜੀ ਕਿ ਆਰੰਭ ਵਿੱਚ ਹੀ ਹਾ ਅਤੇ ਆ ਵੀ ਅੰਤ ਵਿੱਚ ਹਨ ਜੀ। ਅਤੇ ਇਸ ਪੱਟੀ ਦੀ ਰਚਨਾ ਤੱਕ ਗੁਰਮੁਖੀ ਦਾ ਵਰਤਮਾਨ ਨਿਸ਼ਚਿਤ ਨਹੀਂ ਹੋਇਆ ਸੀ, ਪਰ ਇਸ ਦੇ ਅੱਖਰਾਂ ਦੀ ਗਿਣਤੀ ਜੋ 35 ਹੈ, ਉਹਦਾ ਉਚਾਰਨ ਜ਼ਰੂਰ ਨਿਸ਼ਚਿਤ ਹੋ ਚੁੱਕਿਆ ਸੀ ਜੀ। ਸਾਡੇ ਵਿਦਵਾਨ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਇਸ ਦੀ ਰਚਨਾ ਕਾਲ ਜੋ ਹੈ ਨਿਸ਼ਚਿਤ ਨਹੀਂ ਹੈ, ਅਤੇ ਪੁਰਾਤਨ ਸਾਖੀਆਂ ਅਨੁਸਾਰ ਇਸ ਦਾ ਉਚਾਰਨ ਉਦੋਂ ਹੋਇਆ ਸੀ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ 7 ਵਰ੍ਹਿਆਂ ਦੇ ਸਨ, ਅਤੇ ਉਹਨਾਂ ਦੇ ਪਿਤਾ ਜੀ ਕਾਲੂ ਜੀ ਉਹਨਾਂ ਨੂੰ ਪੰਨ ਦੇ ਕੋਲ, ਮਾਸਟਰ ਕੋਲ ਪੜ੍ਹਨ ਵਾਸਤੇ ਲੈ ਕੇ ਗਏ। ਅਤੇ ਇਸ ਗੱਲ ਤੋਂ ਕਈ ਵਿਦਵਾਨ ਸਹਿਮਤ ਨਹੀਂ ਹਨ ਜੀ। ਉਹ ਕਹਿੰਦੇ ਹਨ ਇਹ ਜਨਮ ਸਾਖੀਆਂ ਦੀਆਂ ਬਾਣੀਆਂ ਹਨ, ਇਹ ਕਰੈਕਟ ਨਹੀਂ ਹਨ ਜੀ। ਅਤੇ ਦੂਸਰੀ ਗੱਲ, ਇਹ ਬਾਣੀ ਜੋ ਹੈ ਇਹ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਕਿਹਾ ਕਾਵਿ ਰੂਪ ਹੈ, ਅਤੇ ਜਿਸ ਦਾ ਮੱਧ ਯੁੱਗ ਦੇ ਅਨੇਕ ਸੰਤਾਂ ਨੇ, ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ, ਬਾਣੀਕਾਰਾਂ ਨੇ ਅਪਣਾਇਆ ਹੈ ਜੀ। ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਅਤੇ ਸੰਤ ਕਬੀਰ ਜੀ ਨੇ ਵੀ ਕਰਮਵਾਰ ਪੱਟੀ ਅਤੇ 52 ਅੱਖਰੀ ਲਿਖੀਆਂ ਹਨ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਓਂਕਾਰ ਨਾਂ ਦੀ ਬਾਣੀ ਵੀ ਇਸੇ ਪਰੰਪਰਾ ਦੀ ਰਚਨਾ ਹੈ ਜੀ। ਫਲਸਰੂਪ ਇਸ ਦੀ ਰਚਨਾ ਪ੍ਰਕਿਰਿਆ ਨੂੰ ਕਿਸੇ ਵਿਸ਼ੇਸ਼ ਪ੍ਰਸੰਗ ਜਾਂ ਘਟਨਾ ਨਾਲ ਸੰਬੰਧਿਤ ਕਰਨਾ ਉਚਿਤ ਨਹੀਂ ਹੈ ਜੀ। ਇਸ ਬਾਣੀ ਦੀਆਂ 35 ਪੌੜੀਆਂ, ਸ਼ਲੋਕਾਂ, ਸ਼ਬਦ ਹਨ ਜੀ, ਜੋ ਕਰਤਾ ਪੁਰਖ ਪਰਮੇਸ਼ਰ ਦੀ ਉਸਤਤ ਕਰਕੇ ਉਸ ਦੀ ਪ੍ਰਾਪਤੀ ਉੱਤੇ ਬਲ ਦਿੱਤਾ ਗਿਆ ਹੈ ਜੀ ਕਿ ਹੇ ਮੂਰਖ ਜੀਵ ਦੇ ਮਨ, ਤੂੰ ਕਿਸ ਲਈ ਭੁੱਲਦਾ ਹੈ ਕਿ ਤੂੰ ਕਿਸ ਤਰ੍ਹਾਂ ਇੰਨਾ ਪੜ੍ਹਿਆ ਲਿਖਿਆ ਹੋਇਆ ਹੈ, ਆਪਣੇ ਆਪ ਨੂੰ ਤੂੰ ਬਹੁਤ ਵਿਦਵਾਨ ਕਿਉਂ ਸਮਝਦਾ ਹੈ। ਅਸਲ ਵਿੱਚ ਤੂੰ ਵਿਦਵਾਨ ਅਤੇ ਪੜ੍ਹਿਆ ਲਿਖਿਆ ਤਾਂ ਹੀ ਸਮਝਿਆ ਜਾਵੇਗਾ ਜੇ ਤੂੰ ਆਪਣੇ ਕਰਮਾਂ ਦਾ ਲੇਖਾ ਦੇਵੇਂਗਾ। ਅਤੇ ਰਹਾਓ ਤੋਂ ਬਾਅਦ ਸਾਰੇ ਅੱਖਰ ਜੋ ਹਨ ਉਹਨਾਂ 'ਚ ਸਪਸ਼ਟ ਕੀਤਾ ਹੈ ਕਿ ਜਿਸ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਤਾ ਪੁਰਖ ਕਰਨ ਵਾਲਾ ਹੈ, ਉਹ ਸਤ ਸਰੂਪ ਵਾਲਾ, ਦਾਤਾਂ ਦੇਣ ਵਾਲਾ ਹੈ, ਅਤੇ ਉਸ ਦਾ ਹੀ ਹੁਕਮ ਸਾਰੇ ਸੰਸਾਰ ਸ੍ਰਿਸ਼ਟੀ ਵਿੱਚ ਚੱਲਦਾ ਹੈ। ਉਸ ਅਨੰਤ ਦੀ ਉਪਮਾ
ਕਿਸ ਨਾਲ ਦਿੱਤੀ ਜਾਏ ਜੀ। ਭਾਵ ਸੱਚ ਦੀ ਕਮਾਈ ਨਾਲ ਹੀ ਮੁਕਤੀ ਰੂਪ ਫਲ ਪ੍ਰਾਪਤ ਮਿਲਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਬ੍ਰਹਮ ਗਿਆਨ ਨੂੰ ਜਾਣ ਵਾਲੇ ਹੀ ਵਾਸਤਵ ਰੂਪ ਵਿੱਚ ਪੜ੍ਹੇ ਲਿਖੇ ਹੋਏ ਪੰਡਤ ਹਨ ਜੀ। ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਗੁਰਮੁਖ ਸੇਵਕ ਸੁੱਖ ਦੁੱਖ ਚੰਗੇ ਮਾੜੇ ਨੂੰ ਇੱਕ ਸਮਾਨ ਸਮਝਦਿਆਂ ਹੋਇਆਂ ਆਪਣੀ ਬਿਰਤੀ ਉਸ ਕਰਤਾ ਪੁਰਖ ਦੇ ਗੁਰਸ਼ਬਦ ਨਾਲ ਲਗਾਉਂਦੇ ਹਨ ਜੀ। ਮਾਇਆ ਰੂਪੀ ਛਾਇਆ ਵੀ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਹੈ ਜੀ। ਸੋ ਆਓ ਅਸੀਂ ਸਾਰੇ ਮਿਲ ਕੇ ਪਰਮੇਸ਼ਰ ਹਰ ਦੀ ਸ਼ਰਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਨੂੰ ਦੇ ਸਲੋਕ ਪੜ੍ਹੀਏ ਜੀ, ਤੇ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜੀ। ਚੱਲੀਏ ਜੀ। ਪਹਿਲਾ ਸਲੋਕ ਹੈ ਛੇਵਾਂ ਸ਼ਬਦ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਰਾਗਾ ਸਾ ਮਹਲਾ ਪਹਿਲਾ ਪੱਟੀ ਲਿਖੀ। ਖੱਖੇ ਖੁੰਦਕਾਰ ਸੈ ਆਲਮ, ਕਰ ਖਰੀਦ ਦਿਨ ਖਰਚ ਦਿਆ। ਬੰਧਨ ਜਾ ਕੇ ਸਭ ਜਗ ਬਾਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਖੱਖੇ ਖੁੰਦਕਾਰ ਸਾ ਆਲਮ, ਕਰ ਖਰੀਦ ਦਿਨ ਖਰਚ ਦਿਆ। ਬੰਧਨ ਜਾ ਕੇ ਸਭ ਜਗ ਬਾਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਸਤਵਾਂ ਜੀ। ਗੱਗੇ ਸ਼ਬਦ ਰਾਹੀਂ ਉਪਦੇਸ਼। ਗੱਗੇ ਗੋਈ ਗਾਏ ਜਿਨ ਛੋਡੀ, ਚੱਲੀ ਗੋਬਿੰਦ ਗਰਭ ਪਿਆ। ਖੜ ਪਾਂਡੇ ਜਿਨ ਆਵੀ ਸਾਜੀ, ਚਾੜਨ ਵਾਹੇ ਤਈ ਕੀਆ। ਗੱਗੇ ਗੋਈ ਗਾਏ ਜਿਨ ਛੋਡੀ, ਗੱਲੀ ਗੋਬਿੰਦ ਗਰਭ ਭਇਆ। ਖੜ ਪਾਂਡੇ ਜਿਨ ਆਵੀ ਸਾਜੀ, ਚਾੜਨ ਵਾਹੇ ਤਹੀ ਕੀਆ। ਕੱਗੇ ਕਾਲ ਸੇਵਕ ਜੇ ਕਾਲੇ, ਸ਼ਬਦ ਗੁਰੂ ਕੇ ਲਾਗ ਰਹੇ। ਬੁਰਾ ਭਲਾ ਜੇ ਸਮ ਕਰ ਜਾਣੇ, ਇਨ ਬਿਦ ਸਾਹਬ ਰਮਤ ਰਹੇ। ਕੱਗੇ ਕਾਲ ਸੇਵਕ ਜੇ ਕਾਲੇ, ਸ਼ਬਦ ਗੁਰੂ ਕੇ ਲਾਗ ਰਹੇ। ਬੁਰਾ ਭਲਾ ਜੇ ਸਮ ਕਰ ਜਾਣੇ, ਇਨ ਬਿਦ ਸਾਹਿਬ ਰਮਤ ਰਹੇ। ਖੱਖੇ ਖੁੰਦਕਾਰ ਸੈ ਆਲਮ, ਕਰ ਖਰੀਦ ਦਿਨ ਖਰਚ ਦਿਆ। ਬੰਧਨ ਜਾ ਕੇ ਸਭ ਜਗ ਬਾਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਖੱਖੇ ਅੱਖਰ ਦੁਆਰਾ ਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ ਜੀ ਕਿ ਖੁਦਾ ਜੋ ਦੁਨੀਆ ਦਾ ਬਾਦਸ਼ਾਹ ਹੈ, ਜੋ ਕਰਤਾ ਪੁਰਖ ਸਿਰਜਣਹਾਰ ਸ੍ਰਿਸ਼ਟੀ ਦਾ ਰਚੇਤਾ ਹੈ, ਅਤੇ ਜਿਸ ਨੇ ਜੀਵ ਮਨੁੱਖ ਨੂੰ ਅਤੇ ਸਭ ਸ੍ਰਿਸ਼ਟੀ ਦੇ ਜੀਆਂ ਨੂੰ ਖਰੀਦ ਕੇ, ਭਾਵ ਆਪਣਾ ਸੇਵਕ ਬਣਾ ਕੇ, ਭਾਵ ਆਪਣੇ ਕੰਟਰੋਲ 'ਚ ਅਤੇ ਖਰਚਾ ਦੇ ਕੇ, ਭਾਵ ਰਿਜ਼ਕ ਦੇ ਕੇ ਇਸ ਸੰਸਾਰ ਵਿੱਚ ਭੇਜਿਆ ਹੈ ਜੀ। ਅਤੇ ਜਿਸ ਕਰਤਾ ਪੁਰਖ ਦੀ ਮਰਿਆਦਾ ਦੇ ਬੰਧਨ ਵਿੱਚ ਸਾਰਾ ਜਗਤ ਬੰਨਿਆ ਹੋਇਆ ਹੈ, ਭਾਵ ਉਸ ਕਰਤਾ ਪੁਰਖ ਦਾ ਹੀ ਹੁਕਮ ਚੱਲਦਾ ਹੈ। ਉਸ ਕਰਤਾ ਪੁਰਖ ਤੋਂ ਬਿਨਾਂ ਹੋਰ ਕਿਸੇ ਦਾ ਹੁਕਮ ਇਸ ਸ੍ਰਿਸ਼ਟੀ 'ਤੇ ਨਹੀਂ ਚੱਲ ਸਕਦਾ ਜੀ। ਸੋ ਗੁਰੂ ਜੀ ਆਖਦੇ ਹਨ, ਖੱਖਾ ਅੱਖਰ ਦੁਆਰਾ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਅਸੀਂ ਉਸ ਕਰਤਾ ਪੁਰਖ ਦੇ ਰਚੇਤਾ ਹਾਂ ਜੀ, ਅਤੇ ਉਸ ਦੇ ਹੁਕਮ ਦੇ ਵਧਿਆਂ ਹੀ ਅਨੁਸਾਰ ਹੀ ਸਾਡਾ ਇਸ ਸੰਸਾਰ ਵਿੱਚ ਆਉਣਾ ਹੋਇਆ ਹੈ ਜੀ। ਅਤੇ ਉਸੇ ਕਰਤਾ ਪੁਰਖ ਦੇ ਹੁਕਮ ਵਿੱਚ ਹੀ ਅਸੀਂ ਖਾਂਦੇ ਪੀਂਦੇ ਹਾਂ ਜੀ। ਉਹੀ ਦਾਤਾ ਦੇਣ ਵਾਲਾ ਦਾਤਾ ਹੈ ਜੀ। ਫਿਰ ਗੁਰੂ ਜੀ 7ਵੇਂ ਸਲੋਕ ਸ਼ਬਦ ਵਿੱਚ ਆਖਦੇ ਹਨ, ਗੱਗੇ ਗੋਏ ਗਾਏ ਜਿਨ ਛੋਡੀ, ਗੱਲੀ ਗੋਬਿੰਦ ਗਰਭ ਪਿਆ। ਖੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੇ ਤਈ ਕੀਆ। ਗੱਗੇ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਜਿਸ ਜੀਵ ਮਨੁੱਖ ਨੇ
ਗੋਬਿੰਦ ਦੀ ਬਾਣੀ ਭਾਵ ਗੋਬਿੰਦ ਦੀ ਬਾਣੀ ਭਾਵ ਕਰਤਾ ਪੁਰਖ ਪਰਮੇਸ਼ਰ ਦੀ ਬਾਣੀ ਗਾਉਣੀ ਛੱਡ ਦਿੱਤੀ ਹੈ, ਭਾਵ ਉਹਨੂੰ ਸਿਮਰਨਾ ਛੱਡ ਦਿੱਤਾ ਹੈ, ਉਹਦੀ ਹੋਂਦ ਨੂੰ ਅਪਣਾਉਣਾ ਛੱਡ ਦਿੱਤਾ ਹੈ ਅਤੇ ਉਹ ਆਪਣੇ ਗੱਲਾਂ ਵਿੱਚ ਹੀ ਆਪਣੀ ਗੱਲਾਂ ਦੂਸਰੀਆਂ ਹੀ ਸਿੱਖ ਕੇ ਹੰਕਾਰ ਨਾਲ ਉਸ ਗੋਬਿੰਦ ਰੂਪ ਕਰਤਾ ਪੁਰਖ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਪਰਮੇਸ਼ਰ ਨੇ ਜੀਵ ਰੂਪ ਮਨੁੱਖ ਨੂੰ ਜਿਨ੍ਹਾਂ ਭਾਂਡਿਆਂ ਨੂੰ ਘੜ ਕੇ ਪਕਾਉਣ ਦੁਆਰਾ ਜੋ ਆਵੀ ਭਾਵ ਭੱਠੀ, ਜਿਸ ਵਿੱਚ ਜੋ ਘੁਮਿਆਰ ਹਨ, ਮਿੱਟੀ ਦੇ ਭਾਂਡੇ ਹਨ, ਉਹਨਾਂ ਨੂੰ ਉਹ ਪਕਾਉਂਦੇ ਹਨ, ਜਿਹਦੇ ਵਿੱਚ ਘੁਮਿਆਰ ਅੱਗ ਬਾਲਦਾ ਹੈ, ਜਿਹਦੇ ਵਿੱਚ ਭਾਂਡਾ ਜੋ ਹੈ ਪਾ ਕੇ ਉਹ ਕੱਚੀ ਦਾ ਕਲੇਅ ਦਾ ਉਸ 'ਚ ਪਕਾਉਂਦੇ ਹਨ, ਉਹਨੂੰ ਆਵੀ ਕਹਿੰਦੇ ਹਨ। ਗੁਰੂ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਭਾਂਡਿਆਂ ਰੂਪ ਘੜ ਕੇ ਅਤੇ ਮਿੱਟੀ ਦੇ ਭਾਂਡਿਆਂ ਦੀ ਤਰ੍ਹਾਂ ਸਾਨੂੰ ਉਸਨੇ ਸਾਜਿਆ ਹੈ, ਉਸ ਹੰਕਾਰੀ ਜੀਵ ਨੂੰ ਵੀ ਚੜ੍ਹਾਉਣ ਲਈ, ਪਕਾਉਣ ਲਈ, ਭਾਵ ਉਸ ਆਵੀ ਨੂੰ ਤਪਾਇਆ ਹੋਇਆ ਹੈ, ਭੱਠੀ ਨੂੰ ਤਪਾਇਆ ਹੋਇਆ ਹੈ, ਭਾਵ ਕਿ ਉਸ ਕਰਤਾ ਪੁਰਖ ਨੇ ਵੀ ਜੀਵ ਮਨੁੱਖ ਨੂੰ ਆਪ ਘੜ ਕੇ, ਆਪ ਜੀਵ ਮਨੁੱਖ ਬਣਾ ਕੇ, ਨਾ ਸਿਰਫ ਮਨੁੱਖ ਨੂੰ ਬਣਾ ਕੇ ਸਾਰੀ ਸ੍ਰਿਸ਼ਟੀ ਦੇ ਕਿਸੇ ਵੀ ਚੀਜ਼, ਜੀਆਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਕੀੜਿਆਂ ਮਕੌੜਿਆਂ ਨੂੰ ਸਾਜਿਆ ਹੈ, ਆਪ ਉਸਨੇ ਤਿਆਰ ਕੀਤਾ ਹੈ ਜੀ। ਆਪ ਘਾਲਣਾ ਘਾਲ ਕੇ ਉਸਨੇ ਸਭ ਨੂੰ ਸਜਾਇਆ ਹੈ ਜੀ। ਤੇ ਫਿਰ ਗੁਰੂ ਜੀ ਕਹਿੰਦੇ ਹਨ, ਉਹ ਹਰ ਇੱਕ ਨੂੰ ਬਣਾ ਕੇ, ਤਪਾ ਕੇ ਤੇ ਬਣਾਈ ਜਾਂਦਾ ਹੈ, ਅੱਗੇ ਕਰੀ ਜਾਂਦਾ ਹੈ, ਭਾਵ ਜਨਮ ਮਰਨ ਦੇ ਚੱਕਰ ਵਿੱਚ ਜੋ ਉਸ ਸਾਈਕਲ 'ਚ ਪਏ ਰਹਿੰਦੇ ਹਨ ਜੀ। ਇੱਕ ਜੂਨ ਤੋਂ ਦੂਜੀ ਜੂਨ ਆਵਾਗਮਨ ਦੇ ਚੱਕਰ ਵਿੱਚ ਹੀ ਪੈ ਰਹਿੰਦੇ ਹਨ ਜੀ। ਅਤੇ ਜਿਸ ਤਰ੍ਹਾਂ ਘੁਮਿਆਰ ਭਾਂਡੇ ਪਕਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਕੋਈ ਭਾਂਡਾ ਬਣਾਉਂਦਾ, ਕੋਈ ਭਾਂਡਾ ਪਕਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਜੋ ਜੀਵ ਮਨੁੱਖ ਨੂੰ ਕੋਈ ਕੁਛ ਬਣ ਕੇ ਆਉਂਦਾ ਹੈ, ਕੋਈ ਕੁਛ ਬਣ ਕੇ ਆਉਂਦਾ ਹੈ ਜੀ। ਆਵਾਗਮਨ ਦੇ ਚੱਕਰ ਵਿੱਚ, ਜੂਨੀਆਂ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਜੀ। ਫਿਰ 8ਵੇਂ ਸ਼ਬਦ ਸਲੋਕ ਦੀ ਵਾਰੀ ਹੈ ਜੀ। ਘੱਗੇ ਕਾਲ ਸੇਵਕ ਜੇ ਕਾਲੇ, ਸ਼ਬਦ ਗੁਰੂ ਕੇ ਲਾਗ ਰਹੇ, ਬੁਰਾ ਭਲਾ ਜੇ ਸਮ ਕਰ ਜਾਣੇ, ਇਨ ਬਿਦ ਸਾਹਿਬ ਰਮਤ ਰਹੇ। ਘੱਗਾ ਅੱਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਜੋ ਗੁਰਮੁਖ ਸਾਧਕ ਨਿਮਰਤਾ ਅਪਣਾ ਕੇ, ਸੇਵਕ ਬਣ ਕੇ, ਨਿਮਾਣੇ ਹੋ ਕੇ ਗੁਰਸ਼ਬਦ ਗੁਰਬਾਣੀ ਨਾਮ ਦੀ ਘਾਲਣਾ ਘਾਲਦੇ ਹਨ ਜੀ। ਗੁਰੂ ਜੀ ਆਖਦੇ ਹਨ, ਉਹ ਗੁਰਮੁਖ ਸਾਧਕ ਗੁਰੂ ਦੇ ਸ਼ਬਦ ਨਾਲ ਜੁੜੇ ਰਹਿੰਦੇ ਹਨ ਜੀ, ਲੱਗੇ ਰਹਿੰਦੇ ਹਨ ਜੀ, ਸਿਮਰਦੇ ਰਹਿੰਦੇ ਹਨ ਜੀ, ਅਤੇ ਮਾੜੇ ਚੰਗੇ ਨੂੰ ਇੱਕ ਸਮਾਨ ਸਮਝਦੇ ਹਨ ਜੀ। ਇਸ ਵਿਧੀ ਨਾਲ ਜੋ ਕਰਤਾ ਪੁਰਖ ਰੂਪ ਨੂੰ ਸਿਮਰਦਾ ਹੈ, ਤਾਂ ਹੀ ਉਸਦਾ ਇਹ ਸਿਮਰਨਾ, ਰਮਨ ਕਰਨਾ ਪ੍ਰਵਾਨ ਹੈ ਜੀ। ਭਾਵ ਕਿ ਆਪਣੇ ਤਨ ਮਨ ਨਾਲ ਹਿਰਦੇ 'ਚ ਵਿੱਚ ਵਸਾ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਦਾ ਹੈ ਜੀ। ਉਸ ਕਰਤਾ ਪੁਰਖ ਦਾ ਸ਼ੁਕਰਾਨਾ ਕਰਦਾ ਹੈ ਜੀ, ਚੰਗੀ ਮੰਦੀ ਇੱਕ ਸਮਾਨ ਸਮਝਦਾ ਹੈ ਜੀ। ਤਾਂ ਫਿਰ ਇਹੀ ਅਸਲੀ ਸਿਮਰਨਾ ਹੈ ਜੀ। ਅੱਜ ਦਾ ਵਿਚਾਰ ਕਰਦੇ ਹਾਂ
ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।